ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਆਪਾਂ ਕਰ ਰਹੇ ਹਾਂ 4th ਕਲਾਸ ਦੀ ਬੁੱਕ ਮਾਈ ਵਰਲਡ ਤੇ ਸ਼ੁਰੂ ਕਰਨ ਜਾ ਰਹੇ ਹਾਂ ਉਹਦਾ 14th ਲੈਸਨ ਹੈਬਿਟੈਟ ਆਫ ਐਨੀਮਲਸ ਯਾਨੀ ਕਿ ਜਾਨਵਰਾਂ ਦੀ ਆਵਾਸ ਦੀ ਥਾਂ। Our earth is abundant in many types of animals. Some are big, some are small and some are of medium size. ਸਾਡੀ ਧਰਤੀ ਤੇ ਕਈ ਕਿਸਮਾਂ ਦੇ ਜਾਨਵਰ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਨੇ। ਕੁਝ ਵੱਡੇ ਹੁੰਦੇ ਨੇ, ਕੁਝ ਛੋਟੇ ਹੁੰਦੇ ਨੇ ਤੇ ਕੁਝ ਵਿਚਕਾਰ ਜੀ ਹਾਈਟ ਦੇ ਹੁੰਦੇ ਨੇ। Each differs from the other in outlook, color, shape, structure and other characteristics. ਤੇ ਹਰ ਜਾਨਵਰ ਇੱਕ ਦੂਜੇ ਤੋਂ ਰੰਗ ਵਿੱਚ ਅਲੱਗ ਹੁੰਦਾ ਹੈਗਾ, ਕਿੱਦਾਂ ਉਹ ਦਿਖਦਾ ਉਹਦੇ ਵਿੱਚ ਅਲੱਗ ਹੁੰਦਾ ਹੈ, ਉਹਦੇ ਆਕਾਰ, ਉਹਦਾ ਸਟਰਕਚਰ ਤੇ ਕਿਹੋ ਜਿਹੀ ਹਾਲਾਤ ਵਿੱਚ ਉਹ ਰਹਿੰਦਾ ਹੈ, ਕੀ ਉਹਦੀ ਵਿਸ਼ੇਸ਼ਤਾਵਾਂ ਹੈਗੀਆਂ, ਉਹ ਵੱਖ-ਵੱਖ ਡਿਪੈਂਡ ਕਰਦਾ ਹੈ ਐਨੀਮਲਸ ਤੇ। ਸਮ ਲਿਵ ਇਨ ਦ ਫੀਲਡਸ, ਕੁਝ ਖੇਤਾਂ ਵਿੱਚ ਰਹਿੰਦੇ ਨੇ, ਸਮ ਲਿਵ ਇਨ ਫੋਰੈਸਟ, ਕੁਝ ਜੰਗਲਾਂ ਵਿੱਚ ਰਹਿੰਦੇ ਨੇ, ਸਮ ਇਨ ਵਾਟਰ, ਕੁਝ ਪਾਣੀ ਵਿੱਚ ਰਹਿੰਦੇ ਨੇ, and some fly in the air ਤੇ ਕੁਝ ਹਵਾ ਵਿੱਚ ਉੱਡਦੇ ਨੇ। but all living beings are similar, ਪਰ ਸਾਰੇ ਜੀਵ ਸਮਾਨ ਹੁੰਦੇ ਨੇ। in fact everyone requires a home, ਤੇ ਇਹ ਸੱਚ ਗੱਲ ਹੈ ਕਿ ਸਾਰਿਆਂ ਨੂੰ ਇੱਕ ਘਰ ਦੀ ਲੋੜ ਹੁੰਦੀ ਹੈ। like man, animals also need a secure place, ਮਨੁੱਖ ਵਾਂਗ ਜਾਨਵਰਾਂ ਨੂੰ ਵੀ ਇੱਕ ਸੁਰੱਖਿਅਤ ਥਾਂ ਦੀ ਲੋੜ ਹੁੰਦੀ ਹੈ। Their place of living is called habitat, ਤੇ ਉਹਨਾਂ ਦੇ ਰਹਿਣ ਦੀ ਥਾਂ ਨੂੰ ਆਵਾਸ ਨੂੰ ਆਪਾਂ habitat ਕਹੀਦਾ। Different living beings like to live in different places due to their different needs, ਤੇ ਵੱਖ-ਵੱਖ ਜੀਵ ਜੰਤੂ ਆਪਣੀਆਂ ਵੱਖੋ-ਵੱਖ ਲੋੜਾਂ ਕਰਕੇ ਵੱਖ-ਵੱਖ ਥਾਵਾਂ ਤੇ ਰਹਿਣਾ ਪਸੰਦ ਕਰਦੇ ਨੇ। ਇੱਥੇ ਦਿੱਤੀ ਹੋਈ ਹੈ ਐਕਟੀਵਿਟੀ 1। Below are written the names of few animals. ਥੱਲੇ ਕੁਝ ਜਾਨਵਰਾਂ ਦੇ ਨਾਂ ਲਿਖੇ ਹੋਏ ਨੇ। Find out who lives where, ਤੇ ਆਪਾਂ ਇਹ ਪਤਾ ਲਗਾਉਣਾ ਵੀ ਕਿਹੜਾ ਜਾਨਵਰ ਕਿੱਥੇ ਰਹਿੰਦਾ ਹੈ। ਇੱਥੇ ਜਿਹੜੇ ਨਾਂ ਲਿਖੇ ਹੋਏ ਨੇ ਟੋਟੋਇਸ ਕਛੂਆ, ਲਾਇਨ ਸ਼ੇਰ, ਫਿਸ਼ ਮੱਛੀ, ਡੌਗ ਕੁੱਤਾ, ਕੈਟ ਬਿੱਲੀ, ਸਪੈਰੋ ਚਿੜੀ, ਸਨੇਕ ਸੱਪ, ਮੰਕੀ ਬਾਂਦਰ, ਕ੍ਰੋਕੋਡਾਈਲ ਮਗਰਮੱਛ, ਬਫਲੋ ਮੱਝ, ਡਕ ਬੱਤਖ ਤੇ ਆਕਟੋਪਸ। ਹੁਣ ਲੈਂਡ ਤੇ ਕਿਹੜੇ-ਕਿਹੜੇ ਲੈਂਦੇ ਨੇ? ਲਾਇਨ, ਡੌਗ, ਕੈਟ, ਸਪੈਰੋ, ਸਨੇਕ, ਮੰਕੀ ਤੇ ਬਫਲੋ। ਪਾਣੀ ਵਿੱਚ ਫਿਸ਼, ਡਕ ਤੇ ਆਕਟੋਪਸ। ਤੇ ਜਿਹੜੇ ਬੋਥ ਪਾਣੀ ਤੇ ਜ਼ਮੀਨ ਤੇ ਰਹਿੰਦੇ ਨੇ ਉਹ ਹੈਗੇ ਨੇ ਟੋਰਟੋਇਸ ਐਂਡ ਕ੍ਰੋਕੋਡਾਈਲ। ਐਨੀਮਲਸ ਲਿਵਿੰਗ ਔਨ ਲੈਂਡ, ਜ਼ਮੀਨ ਤੇ ਰਹਿਣ ਵਾਲੇ ਜਾਨਵਰ। Animals living on land are called terrestrial animals. ਜਿਹੜੇ ਜਾਨਵਰ ਜ਼ਮੀਨ ਤੇ ਰਹਿੰਦੇ ਨੇ, ਧਰਤੀ ਤੇ ਰਹਿੰਦੇ ਨੇ, ਜ਼ਮੀਨ ਵਾਲੇ ਹਿੱਸੇ ਤੇ, ਉਹਨਾਂ ਜਾਨਵਰਾਂ ਨੂੰ ਆਪਾਂ terrestrial animals ਕਹੀਦਾ ਹੈ। They live at different places on earth. ਉਹ ਧਰਤੀ ਤੇ ਵੱਖ-ਵੱਖ ਥਾਵਾਂ ਤੇ ਰਹਿੰਦੇ ਨੇ। Habitat of wild animals, ਜੰਗਲੀ ਜਾਨਵਰਾਂ ਦੇ ਨਿਵਾਸ ਦੀ ਥਾਂ ਬਾਰੇ ਗੱਲ ਕਰਦੇ ਹਾਂ। Many animals live in forests. They are called wild animals. ਬਹੁਤ ਸਾਰੇ ਜਾਨਵਰ ਜੰਗਲਾਂ ਵਿੱਚ ਰਹਿੰਦੇ ਨੇ ਤੇ ਉਹਨਾਂ ਨੂੰ ਆਪਾਂ ਜੰਗਲੀ ਜਾਨਵਰ ਕਹੀਦਾ। Out of these, some live in natural caves. Example, lion, leopard, tiger, wolf, bear, etc. ਇਹਨਾਂ ਵਿੱਚੋਂ ਕਈ ਕੁਦਰਤੀ ਗੁਫਾਵਾਂ ਵਿੱਚ ਰਹਿੰਦੇ ਨੇ, ਜਿਵੇਂ ਸ਼ੇਰ, ਚੀਤਾ, ਟਾਈਗਰ, ਬਘਿਆਲ, ਰਿੱਛ, ਹੋਰ ਜਾਨਵਰ ਹੋ ਗਏ। Some grass-eating animals like deer, giraffe, zebra, elephant, etc. like to live in hideouts under trees or shrubs. ਤੇ ਕੁਝ ਘਾਹ ਖਾਣ ਵਾਲੇ ਜਾਨਵਰ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਡੀਅਰ ਹੋ ਗਿਆ, ਹਿਰਨ, ਜਿਰਾਫ ਹੋ ਗਿਆ, ਜ਼ੈਬਰਾ ਤੇ ਹਾਥੀ, ਇਹ ਰਹਿੰਦੇ ਨੇ ਰੁੱਖਾਂ ਹੇਠ ਜਾਂ ਝਾੜੀਆਂ ਹੇਠ, ਜਿਹੜੀ ਛੁਪਣ ਵਾਲੀ ਥਾਂ ਹੁੰਦੀ ਹੈ, ਉੱਥੇ ਰਹਿਣਾ ਪਸੰਦ ਕਰਦੇ ਨੇ। Some animals like rats, hare, etc. like to live in burrows dug by them, while animals like snake live in burrows dug by others. ਤੇ ਕੁਝ ਜਾਨਵਰ ਜਿਵੇਂ ਚੂਹੇ ਹੋ ਗਏ, ਇਹਦਾ ਮਤਲਬ ਹੁੰਦਾ ਹੈ ਖਰਗੋਸ਼, ਤੇ ਹੇਅਰ ਜਾਂ ਫਿਰ ਚੂਹੇ। ਖਰਗੋਸ਼ ਜਾਂ ਚੂਹੇ ਕਿੱਥੇ ਰਹਿੰਦੇ ਨੇ? ਛੋਟੇ-ਛੋਟੇ ਛੇਦ ਕਰਕੇ ਰਹਿਣਾ ਪਸੰਦ ਕਰਦੇ ਨੇ, ਜਗ੍ਹਾ ਪੁੱਟ ਕੇ
ਉੱਥੇ ਰਹਿੰਦੇ ਨੇ। ਤੇ ਜੇ ਆਪਾਂ ਸਨੇਕਸ ਦੀ ਗੱਲ ਕਰੀਏ, ਸੱਪਾਂ ਦੀ ਗੱਲ ਕਰੀਏ, ਤੇ ਉਹ ਦੂਜਿਆਂ ਦੁਆਰਾ ਪੱਟੇ ਗਏ ਬਿੱਲਾਂ ਵਿੱਚ ਰਹਿੰਦੇ ਨੇ। ਬਰੋਜ਼ ਦਾ ਮਤਲਬ ਬਿੱਲ ਜੀ ਥਾਂ। Burrows save them from heat, cold, bad weather and hunters। ਤੇ ਇਹ ਜਿਹੜੀ ਪੁੱਟੀ ਹੋਈ ਥਾਂ ਦੇ ਵਿੱਚ ਰਹਿੰਦੇ ਨੇ ਅੰਦਰ ਜਾ ਕੇ, ਉੱਥੋਂ ਇਹਨਾਂ ਨੂੰ ਕਿਹੜੀ ਚੀਜ਼ ਤੋਂ ਸੁਰੱਖਿਆ ਮਿਲਦੀ ਹੈ? ਇੱਕ ਤਾਂ ਠੰਡ ਹੋ ਗਈ, ਗਰਮੀ ਹੋ ਗਈ, ਖਰਾਬ ਮੌਸਮ ਤੋਂ, ਤੇ ਨਾਲ ਦੀ ਨਾਲ ਸ਼ਿਕਾਰੀਆਂ ਤੋਂ ਵੀ ਸੁਰੱਖਿਅਤ ਮਹਿਸੂਸ ਕਰਦੇ ਨੇ। ਆ ਦੇਖੋ ਛੁਪੇ ਹੋਏ ਜਾਨਵਰ। Some animals like ants and termites live in mounds made under the earth। ਤੇ ਕੁਝ ਜਿਹੜੇ ਜਾਨਵਰ ਹੋ ਗਏ, ਜਿਵੇਂ ਆਪਾਂ ਕਹਿ ਸਕਦੇ ਹਾਂ ਛੋਟੀ ਛੋਟੀ ਕੀੜੀਆਂ ਜਾਂ ਦੀਮਕ, ਇਹ ਜਾਨਵਰ ਧਰਤੀ ਦੇ ਹੇਠਾਂ ਟਿੱਲਿਆਂ ਯਾਨੀ ਕਿ ਥੋੜੀ ਜਿਹੀ ਮਿੱਟੀ ਦੇ ਝੁੰਡ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ, ਜਿਹਨੂੰ ਆਪਾਂ ਮਾਊਂਡਸ ਕਹੀਦਾ। Cockroach like to live in damp and dark places। ਤੇ ਜਿਹੜੇ ਕਾਕਰੋਚ ਹੁੰਦੇ ਆ ਉਹਨਾਂ ਨੂੰ ਗਿੱਲੀ ਤੇ ਹਨੇਰੀ ਥਾਵਾਂ ਤੇ ਰਹਿਣਾ ਪਸੰਦ ਹੁੰਦਾ। Honeybees and wasps live in beehives which are made of wax-like material। ਤੇ ਸ਼ਹਿਦ ਦੀਆਂ ਮੱਖੀਆਂ ਤੇ ਦੂਜੇ wasps ਕੀੜੇ ਉਹ ਕਿੱਥੇ ਰਹਿੰਦੇ ਨੇ? ਮਧੂਮੱਖੀ ਦੇ ਛੱਤੇ ਵਾਲੀ ਥਾਂ ਤੇ ਰਹਿੰਦੇ ਨੇ, ਜਿਹੜਾ ਕਿ ਵੈਕਸ ਦਾ ਬਣਿਆ ਹੁੰਦਾ, ਮੋਮ ਦਾ ਬਣਿਆ ਹੁੰਦਾ। Besides, creatures like wasps live in hives or in walls made of clay। ਤੇ ਜਿਹੜੇ wasps ਜੋ ਮਧੂਮੱਖੀ ਵਾਂਗ ਹੀ ਦਿਖਦੇ ਨੇ, ਉਹਨਾਂ ਨੂੰ ਹਾਈਵਸ ਰਹਿਣਾ ਪਸੰਦ ਹੁੰਦਾ ਜਾਂ ਫਿਰ ਮਿੱਟੀ ਦੀਆਂ ਦੀਵਾਰਾਂ 'ਚ। Similarly, spiders also make web with sticky material coming out of their mouth। ਤੇ ਜਿਹੜੇ ਸਪਾਈਡਰ ਹੁੰਦੇ ਨੇ ਉਹ ਵੀ ਆਪਣੇ ਮੂੰਹ ਵਿੱਚੋਂ ਇੱਕ ਚੀਜ਼ ਕੱਢਦੇ ਨੇ ਜਿਹਦੇ ਨਾਲ ਉਹ ਆਪਣਾ ਜਾਲਾ ਬੁਣਦੇ ਨੇ। This web becomes not only their living place but also helps in catching its prey। ਤੇ ਇਹ ਜਿਹੜਾ ਜਾਲ ਹੁੰਦਾ ਹੈ ਨਾ ਸਿਰਫ ਉਹਨਾਂ ਦੇ ਰਹਿਣ ਦਾ ਥਾਂ ਬਣ ਜਾਂਦਾ ਹੈ, ਸਗੋਂ ਇਸ ਨਾਲ ਉਹ ਆਪਣੇ ਸ਼ਿਕਾਰ ਨੂੰ ਵੀ ਫੜ ਲੈਂਦੇ ਨੇ। When the prey is caught in web, the spider makes it its food। ਤੇ ਇੱਕ ਵਾਰ ਜੇਕਰ ਜਾਲ ਦੇ ਵਿੱਚ ਕੋਈ ਫਸ ਜਾਂਦਾ ਹੈ, ਫਿਰ ਜਿਹੜੀ ਸਪਾਈਡਰ ਹੁੰਦਾ ਹੈ, ਮੱਕੜੀ ਹੁੰਦੀ ਹੈ, ਉਹ ਇਸ ਨੂੰ ਆਪਣਾ ਭੋਜਨ ਬਣਾ ਲੈਂਦੀ ਹੈ। ਅੱਗੇ ਦਿੱਤਾ ਹੈ ਫॉर ਟੀਚਰ ਅਧਿਆਪਕ ਲਈ। show spider webs to students woven on shrubs or tree twigs, that is webs whose pattern children can understand easily। ਤੇ ਅਧਿਆਪਕ ਨੂੰ ਕਿਹਾ ਗਿਆ ਵੀ ਮੱਕੜੀ ਦਾ ਜਿਹੜਾ ਜਾਲ ਹੁੰਦਾ ਹੈ ਪੇੜਾਂ ਤੇ ਲੱਗਿਆ ਹੋਇਆ, ਤਾਂ ਕਿ ਬੱਚੇ ਉਹਨਾਂ ਨੂੰ ਚੱਜ ਨਾਲ ਸਮਝ ਸਕਣ, ਉਹਨਾਂ ਨੂੰ ਦਿਖਾਇਆ ਜਾਏ। ਹੈਬਿਟੈਟ ਆਫ ਪੈਟ ਐਨੀਮਲਸ, ਪਾਲਤੂ ਜਾਨਵਰਾਂ ਦਾ ਨਿਵਾਸ ਵੀ ਉਹ ਕਿੱਥੇ ਰਹਿੰਦੇ ਨੇ। As the pet animals are useful to humans, ਕਿਉਂਕਿ ਪਾਲਤੂ ਜਾਨਵਰ ਮਨੁੱਖਾਂ ਲਈ ਲਾਭਦਾਇਕ ਹੁੰਦੇ ਨੇ, so man provides food and shelter to them। ਤੇ ਇਸ ਕਰਕੇ ਮਨੁੱਖ ਉਹਨਾਂ ਨੂੰ ਭੋਜਨ ਵੀ ਦਿੰਦਾ ਹੈ ਤੇ ਰਹਿਣ ਦੀ ਥਾਂ ਵੀ ਦਿੰਦਾ ਹੈ। In return, ਬਦਲੇ ਵਿੱਚ, ਕਿਉਂਕਿ ਇਨਸਾਨ ਨੂੰ ਵੀ ਉਹਨਾਂ ਤੋਂ ਬਹੁਤ ਕੁਝ ਮਿਲਦਾ ਹੈ। And takes care of them, ਤੇ ਨਾਲ ਦੀ ਨਾਲ ਉਹਨਾਂ ਦੀ ਦੇਖਭਾਲ ਵੀ ਕਰਦਾ ਹੈ। Cows and buffaloes are kept in sheds। ਗਾਵਾਂ ਤੇ ਮੱਝਾਂ ਨੂੰ ਸ਼ੈੱਡ ਦੇ ਵਿੱਚ ਰੱਖਿਆ ਜਾਂਦਾ ਹੈ। Mule ਦਾ ਮਤਲਬ ਹੁੰਦਾ ਹੈ ਖੱਚਰ। ਖੱਚਰ, horse ਯਾਨੀ ਕਿ ਘੋੜੇ, and camel in stables, ਤੇ ਊਠਾਂ ਨੂੰ ਸਟੇਬਲ ਦੇ ਵਿੱਚ ਰੱਖਿਆ ਜਾਂਦਾ ਹੈ, ਜਿਹਨੂੰ ਆਪਾਂ ਤਬੇਲੇ ਕਹੀਦਾ। Sheep and goats in pens, ਤੇ ਭੇੜਾਂ ਤੇ ਬੱਕਰੀਆਂ ਨੂੰ ਪੈਨਸ ਦੇ ਵਿੱਚ ਜਿੱਥੇ ਉਹ ਰਹਿੰਦੇ ਉਹਨਾਂ ਨੂੰ ਪੈਨਸ ਕਹੀਦਾ। And hens are kept in chicken coops, ਤੇ ਮੁਰਗੀਆਂ ਨੂੰ ਮੁਰਗੀਆਂ ਦੀ ਰਹਿਣ ਵਾਲੀ ਥਾਂ ਨੂੰ ਕਹੀਦਾ chicken coops। We should take proper care of our pet animals। ਸਾਨੂੰ ਆਪਣੇ ਪਾਲਤੂ ਜਾਨਵਰਾਂ ਦੀ ਸਹੀ ਦੇਖਭਾਲ ਕਰਨੀ ਚਾਹੀਦੀ ਹੈ। Their living place should be clean, dry, airy and have adequate sunlight। ਉਹਨਾਂ ਦੀ ਰਹਿਣ ਦੀ ਥਾਂ ਸਾਫ਼ ਸੁਥਰੀ ਹੋਣੀ ਚਾਹੀਦੀ ਹੈ, ਹਵਾਦਾਰ ਹੋਣੀ ਚਾਹੀਦੀ ਹੈ, ਤੇ ਨਾਲ ਦੀ ਨਾਲ ਉੱਥੇ ਧੁੱਪ ਵੀ ਆਣੀ ਚਾਹੀਦੀ ਹੈ। ਆ ਦੇਖੋ ਕਿਵੇਂ ਵੱਖ-ਵੱਖ ਜਾਨਵਰ ਰਹਿ ਰਹੇ ਨੇ ਆਪਣੀ ਆਪਣੀ ਥਾਵਾਂ ਦੇ ਵਿੱਚ। ਹੈਬਿਟੈਟ ਹੁਣ ਗੱਲ ਕਰਦੇ ਹਾਂ ਆਫ ਐਕੁਐਟਿਕ ਐਨੀਮਲਸ, ਯਾਨੀ ਕਿ ਜਿਹੜੇ ਜਾਨਵਰ ਪਾਣੀ ਵਿੱਚ ਰਹਿੰਦੇ ਨੇ। Animals living in water are called aquatic animals। ਜਿਹੜੇ ਜਾਨਵਰ ਪਾਣੀ ਵਿੱਚ ਰਹਿੰਦੇ ਨੇ ਉਹਨਾਂ ਨੂੰ ਆਪਾਂ aquatic animals ਕਹੀਦਾ। Example, whale, dolphin, octopus, seahorse, thousands of fish and many insects।
ਜਿਵੇਂ ਕਿ ਵੇਲ ਹੋ ਗਈ, ਡੋਲਫਿਨ ਹੋ ਗਿਆ, ਆਕਟੋਪਸ ਹੋ ਗਿਆ, ਸਮੁੰਦਰੀ ਘੋੜਾ ਹੁੰਦਾ ਤੇ ਹਜ਼ਾਰਾਂ ਮੱਛਲੀਆਂ ਹੋ ਗਈਆਂ ਤੇ ਹੋਰ ਸੈਂਕੜੇ ਕੀੜੇ ਵੀ ਪਾਣੀ ਵਿੱਚ ਰਹਿੰਦੇ ਨੇ। Besides, there are a lot of animals who can live on land as well as in water। ਤੇ ਇਸ ਤੋਂ ਇਲਾਵਾ ਬਹੁਤ ਸਾਰੇ ਜਾਨਵਰ ਹੈਗੇ ਨੇ ਜੋ ਜ਼ਮੀਨ ਦੇ ਨਾਲ-ਨਾਲ ਪਾਣੀ ਵਿੱਚ ਵੀ ਰਹਿ ਲੈਂਦੇ ਨੇ। ਐਗਜ਼ਾਮਪਲ crocodile ਜਿਵੇਂ ਕਿ ਮਗਰਮੱਛ, snake ਸੱਪ, turtle ਕੱਛੂ, frog ਡੱਡੂ, hippopotamus and duck ਤੇ ਨਾਲ ਦੀ ਨਾਲ ਬੱਤਖ। They are known as amphibians ਤੇ ਜਿਹੜੇ ਪਾਣੀ ਵਿੱਚ ਵੀ ਰਹਿ ਲੈਂਦੇ ਨੇ ਤੇ ਜ਼ਮੀਨ ਤੇ ਵੀ ਰਹਿ ਲੈਂਦੇ ਨੇ ਉਹਨਾਂ ਨੂੰ ਆਪਾਂ amphibians ਕਹੀਦਾ। Habitat of birds, ਹੁਣ ਪੰਛੀਆਂ ਦੀ ਗੱਲ ਕਰਦੇ ਆਂ ਵੀ ਉਹ ਕਿੱਥੇ ਰਹਿੰਦੇ ਨੇ। Birds fly in the sky, ਜਿਹੜੇ ਪੰਛੀ ਹੈਗੇ ਨੇ ਉਹ ਅਸਮਾਨ ਵਿੱਚ ਉੱਡਦੇ ਨੇ। They have wings, ਉਹਨਾਂ ਦੇ ਖੰਭ ਹੁੰਦੇ ਨੇ। Feet, ਪੈਰ ਹੁੰਦੇ ਨੇ। And beaks, ਯਾਨੀ ਕਿ ਚੁੰਝ ਹੁੰਦੀ ਹੈ। But they do not have teeth, but ਉਹਨਾਂ ਦੇ ਦੰਦ ਨਹੀਂ ਹੁੰਦੇ। ਅੱਗੇ ਹੈਗਾ ਕੁਐਸਚਨ ਦਿੱਤਾ ਹੋਇਆ। First question, which birds have you seen around you? ਤੁਸੀਂ ਆਪਣੇ ਆਲੇ ਦੁਆਲੇ ਕਿਹੜੇ-ਕਿਹੜੇ ਪੰਛੀ ਦੇਖੇ ਨੇ? ਮੈਂ ਇੱਥੇ ਨਾਂ ਲਿਖਤੇ ਜੋ ਮੈਂ ਦੇਖੇ ਨੇ। ਸਪੈਰੋ, ਕ੍ਰੋ, ਈਗਲ, ਪੈਰਟ, ਪਿਜਨ, ਵੁੱਡਪੈਕਰ ਐਕਸੈਟਰਾ, ਹੋਰ ਵੀ ਕਈ ਦੇਖੇ ਨੇ। ਅੱਗੇ ਲਿਖਿਆ ਹੈ mostly birds can fly, but some birds like penguin, ostrich, emu, etc. cannot fly। ਜ਼ਿਆਦਾਤਰ ਪੰਛੀ ਉੱਡ ਸਕਦੇ ਨੇ ਪਰ ਕੁਝ ਪੰਛੀ ਜਿਵੇਂ ਕਿ ਪੈਨਗੁਇਨ ਹੋ ਗਿਆ, ਆਸਟ੍ਰਿਚ ਹੋ ਗਿਆ ਜਿਹਨੂੰ ਆਪਾਂ ਸ਼ਤਰਮੁਰਗ ਕਹੀਦਾ, ਈਮੂ ਹੋ ਗਿਆ, ਇਹ ਉੱਡ ਨਹੀਂ ਸਕਦੇ। The birds make nests to lay eggs, ਤੇ ਜਿਹੜੇ ਪੰਛੀ ਹੁੰਦੇ ਨੇ ਉਹ ਅੰਡੇ ਦੇਣ ਦੇ ਲਈ ਆਪਣੀ ਥਾਂ ਬਣਾਉਂਦੇ ਨੇ ਜਿਹਨੂੰ ਆਪਾਂ ਨੈਸਟ ਕਹੀਦਾ, ਘੋਂਸਲੇ ਕਹੀਦਾ। To take care of their young ones, ਆਪਣੇ ਬੱਚਿਆਂ ਦੀ ਦੇਖਭਾਲ ਕਰਨ ਦੇ ਲਈ। And to protect themselves from bad weather, ਤੇ ਆਪਣੇ ਆਪ ਨੂੰ ਬੁਰੇ ਮੌਸਮ ਤੋਂ ਬਚਾਉਣ ਦੇ ਲਈ ਵੀ ਘੋਂਸਲੇ ਬਣਾਉਂਦੇ ਨੇ। They make their nests from sticks, grass, straw, leaves, tree twigs, paper, cotton, cloth pieces, etc. ਤੇ ਉਹ ਆਪਣੇ ਘੋਂਸਲੇ ਕਿਹੜੀ-ਕਿਹੜੀ ਚੀਜ਼ਾਂ ਨਾਲ ਬਣਾਉਂਦੇ ਨੇ ਜਾਂ ਆਲਣੇ ਕਿਹੜੀ-ਕਿਹੜੀ ਚੀਜ਼ਾਂ ਨਾਲ ਬਣਾਉਂਦੇ ਨੇ? ਡੰਡੀਆਂ ਹੋ ਗਈ, ਘਾਹ, ਤੂੜੀ, ਪੱਤਿਆਂ ਨਾਲ, ਰੁੱਖਾਂ ਦੀਆਂ ਟਹਿਣੀਆਂ, ਕਾਗਜ਼, ਕਪਾਹ ਜਿਹਨੂੰ ਕਾਟਨ ਕਹੀਦਾ ਹੈ, ਕੱਪੜੇ ਦੇ ਟੁਕੜੇ ਆਦਿ ਚੀਜ਼ਾਂ ਨਾਲ ਉਹ ਆਪਣੇ ਘਰ ਬਣਾਉਂਦੇ ਨੇ। So that the nest is comfortable, ਤਾਂ ਕਿ ਉਹਨਾਂ ਦਾ ਜਿਹੜਾ ਆਲਣਾ ਹੈ ਉਹ ਆਰਾਮਦਾਇਕ ਹੋਵੇ। And there is no uneasiness for the baby birds hatched from eggs, ਤੇ ਅੰਡਿਆਂ ਵਿੱਚੋਂ ਨਿਕਲੇ ਹੋਏ ਪੰਛੀਆਂ ਲਈ ਕੋਈ ਪਰੇਸ਼ਾਨੀ ਨਾ ਹੋਏ ਉੱਥੇ। Different types of birds make different types of nests, ਵੱਖ-ਵੱਖ ਕਿਸਮ ਦੇ ਪੰਛੀ ਵੱਖ-ਵੱਖ ਕਿਸਮਾਂ ਦੇ ਘੋਂਸਲੇ ਜਾਂ ਆਲਣੇ ਬਣਾਉਂਦੇ ਨੇ। Many birds make their nests on rocks or on branches of trees, ਕਈ ਪੰਛੀ ਆਪਣੇ ਜਿਹੜੇ ਆਲਣੇ ਹੈਗੇ ਨੇ ਉਹ ਜਾਂ ਤਾਂ ਚੱਟਾਨਾਂ ਤੇ ਬਣਾਉਂਦੇ ਨੇ ਜਾਂ ਫਿਰ ਰੁੱਖਾਂ ਦੀਆਂ ਟਹਿਣੀਆਂ ਤੇ। Some birds like sparrows, pigeons, etc. make their nests on the windows and ventilators of the houses also। ਤੇ ਕੁਝ ਪੰਛੀ ਜਿਵੇਂ ਚਿੜੀਆਂ ਹੋ ਗਈਆਂ ਤੇ ਨਾਲ ਦੀ ਨਾਲ ਆਪਾਂ ਕਹਿ ਸਕਦੇ ਹਾਂ sparrows, pigeons, ਇਹਨਾਂ ਨੂੰ ਆਪਣੇ ਘੋਂਸਲੇ ਜਾਂ ਤਾਂ ਇਹ ਘਰਾਂ ਦੇ ਜਿਹੜੇ ਖਿੜਕੀਆਂ ਹੁੰਦੀਆਂ ਨੇ ਉਹਨਾਂ ਤੇ ਬਣਾਉਂਦੇ ਨੇ ਜਾਂ ਫਿਰ ਵੈਂਟੀਲੇਟਰ ਜਿਨ੍ਹਾਂ ਤੋਂ ਹਵਾ ਆਂਦੀ ਜਾਂਦੀ ਹੁੰਦੀ ਹੈ। Owl, parrot, kingfisher, etc. live in cavities or hollow tree trunks। ਤੇ ਜੇ ਆਪਾਂ ਗੱਲ ਕਰੀਏ ਉੱਲੂ ਦੀ, ਤੋਤੇ ਦੀ ਤੇ ਕਿੰਗਫਿਸ਼ਰ ਆਦि ਦੀ, ਇਹ ਕਿੱਥੇ ਘਰ ਬਣਾਉਂਦੇ ਨੇ? ਘੋਂਸਲੇ ਦਰਖਤਾਂ ਦੇ ਵਿੱਚ ਜਿਹੜੇ ਛੇਦ ਹੁੰਦੇ ਨੇ ਉਹਦੇ ਵਿੱਚ ਰਹਿੰਦੇ ਨੇ। Vultures, kite and eagle make their nest on tree tops, ਤੇ ਜੇ ਆਪਾਂ ਗੱਲ ਕਰੀਏ vulture ਦੀ, kite ਦੀ ਜਾਂ ਫਿਰ ਆਪਾਂ ਗੱਲ ਕਰੀਏ eagle ਦੀ, ਇਹ ਘੋਂਸਲੇ ਪੇੜ ਦੇ ਉੱਤੇ ਬਣਾਉਂਦੇ ਨੇ, ਟੌਪ ਤੇ ਦਰਖਤਾਂ ਦੇ। Birds like peacock, lapwing, ostrich and penguin make their nests on earth by collecting pebbles and stones।
ਤੇ ਜੇ ਮੈਂ ਗੱਲ ਕਰਾਂ ਪੀਕੌਕ ਦੀ, ਮੋਰ ਦੀ, ਲੈਪਵਿੰਗ, ਆਸਟ੍ਰਿਚ ਜਾਂ ਪੈਨਗੁਇਨ, ਆ ਹੈਗਾ, ਉਹ ਆਪਣੇ ਘੌਂਸਲੇ ਬਣਾਉਂਦੇ ਨੇ ਜ਼ਮੀਨ ਤੇ ਪੱਥਰ ਇਕੱਠੇ ਕਰਕੇ, ਕੰਕਰ ਇਕੱਠੇ ਕਰਕੇ। Some birds make such a beautiful and attractive nest that everybody is surprised to see it. ਕੁਝ ਪੰਛੀ ਇੰਨਾ ਖੂਬਸੂਰਤ ਅਤੇ ਆਕਰਸ਼ਕ ਆਲਣਾ ਬਣਾਉਂਦੇ ਨੇ, ਘੌਂਸਲਾ ਬਣਾਉਂਦੇ ਨੇ ਕਿ ਹਰ ਕੋਈ ਦੇਖ ਕੇ ਹੈਰਾਨ ਹੋ ਜਾਂਦਾ ਹੈ। Weaver bird knits its nest with the help of fine sticks. ਤੇ ਜੇ ਆਪਾਂ ਗੱਲ ਕਰੀਏ ਵੀਵਰ ਬਰਡ ਦੀ, ਉਹ ਐਕਚੁਅਲੀ ਆਪਣਾ ਘੋਂਸਲਾ ਬਣਾਉਂਦੀ ਹੈ, ਸਟਿਚ ਕਰਦੀ ਹੈ, ਜਿਵੇਂ ਸਿਲਾਈ ਕੀਤੀ ਜਾਂਦੀ ਹੈ। Its nest is like hanging bottle, ਤੇ ਉਹਦਾ ਜਿਹੜਾ ਘੋਂਸਲਾ ਹੁੰਦਾ ਹੈ, ਤੁਸੀਂ ਦੇਖ ਰਹੇ ਹੋਵੋਗੇ ਜਿਵੇਂ ਲਟਕੀ ਹੋਈ ਬੋਤਲ ਹੁੰਦੀ ਹੈ, ਉਹੋ ਜਿਹਾ ਦਿਖਦਾ ਹੈ। The nest has its opening in the lower side from where the bird enters, ਤੇ ਘੋਂਸਲੇ ਦਾ ਜਿਹੜਾ ਐਂਟਰੀ ਹੁੰਦੀ ਹੈ ਉਹ ਥੱਲਿਓਂ ਹੁੰਦੀ ਆ। ਦੇਖੋ ਇਹ ਥੱਲੇ ਵਾਲੀ ਸਾਈਡ ਤੋਂ ਪੰਛੀ ਅੰਦਰ ਜਾਂਦਾ ਹੈ। Tailor bird stitches big and broad leaves to make its nest. ਆ ਦੇਖੋ ਤੁਸੀਂ ਆ ਦੇਖ ਰਹੇ ਹੋਵੋਗੇ। ਟੇਲਰ ਬਰਡ ਕੀ ਕਰਦਾ ਹੈ, ਪੰਛੀ ਕੀ ਕਰਦਾ ਹੈ, ਵੱਡੇ ਵੱਡੇ ਜਿਹੜੇ ਪੱਤੇ ਹੁੰਦੇ ਆ ਉਹਨਾਂ ਨੂੰ ਇਕੱਠੇ ਸਟਿਚ ਕਰਦਾ ਆਪਣਾ ਆਲਣਾ ਬਣਾਉਣ ਲਈ। It makes holes on the edges of the leaves and then stitches them with fine thread like sticks. ਇਹ ਏਦਾਂ ਕਰਕੇ ਛੇਦ ਬਣਾ ਦਿੰਦਾ ਹੈ ਤੇ ਫਿਰ ਉਸ ਨੂੰ ਕੀ ਕਰ ਦਿੰਦਾ ਹੈ, ਪੱਕੇ ਧਾਗੇ ਦੇ ਚੀਜ਼ ਦੇ ਨਾਲ ਸਿਲ ਦਿੰਦਾ ਹੈ। Thus tailor bird makes a beautiful and strong nest which shows his art skill. ਤੇ ਆਪਾਂ ਕਹਿ ਸਕਦੇ ਹਾਂ ਵੀ ਇਹ ਟੇਲਰ ਬਰਡ ਜਿਹੜਾ ਹੈਗਾ ਬਹੁਤ ਸੁੰਦਰ ਮਜ਼ਬੂਤ ਆਲਣਾ ਬਣਾਉਂਦਾ ਹੈ ਤੇ ਇਹ ਇਸ ਦਾ ਹੁਨਰ ਹੈਗਾ ਜਿਹੜਾ ਦਰਸਾਉਂਦਾ। ਤੁਸੀਂ ਜ਼ਰੂਰ ਦੇਖਿਓ ਟੇਲਰ ਬਰਡ ਦਾ ਘਰ। The eggs of birds are safe in nests. ਪੰਛੀਆਂ ਦੇ ਜਿਹੜੇ ਅੰਡੇ ਹੁੰਦੇ ਉਹ ਆਲਣਿਆਂ ਵਿੱਚ ਸੁਰੱਖਿਅਤ ਹੁੰਦੇ ਨੇ। Baby bird live in nests till they learn how to fly. ਤੇ ਪੰਛੀਆਂ ਦੇ ਜਿਹੜੇ ਬੱਚੇ ਹੁੰਦੇ ਆ ਉਹ ਉਦੋਂ ਤੱਕ ਆਲਣੇ ਵਿੱਚ ਰਹਿੰਦੇ ਨੇ ਜਦੋਂ ਤੱਕ ਉਹਨਾਂ ਨੂੰ ਉੱਡਣਾ ਨਹੀਂ ਆ ਜਾਂਦਾ। When they fly, the parent birds also leave the nest and make new nests. ਤੇ ਜਦ ਬੱਚੇ ਉੱਡ ਜਾਂਦੇ ਨੇ ਤੇ ਫਿਰ ਜਿਹੜੇ ਪੇਰੈਂਟਸ ਹੁੰਦੇ ਨੇ, ਮਾਂ-ਬਾਪ ਪੰਛੀ ਹੁੰਦੇ ਨੇ, ਉਹ ਵੀ ਉਹ ਆਲਣਾ ਛੱਡ ਦਿੰਦੇ ਨੇ ਤੇ ਨਵਾਂ ਆਲਣਾ ਬਣਾ ਲੈਂਦੇ ਨੇ। ਇੱਥੇ ਇੱਕ ਐਕਟੀਵਿਟੀ ਦਿੱਤੀ ਹੋਈ ਹੈ, ਐਕਟੀਵਿਟੀ 2। Make a list of animals, birds seen around and write the habitat in front of their name. ਪੰਛੀ ਜੋ ਤੁਸੀਂ ਆਪਣੇ ਆਲੇ ਦੁਆਲੇ ਦੇਖੇ, ਜਾਨਵਰ ਜੋ ਆਲੇ ਦੁਆਲੇ ਦੇਖੇ, ਉਹਨਾਂ ਦੇ ਨਾਂ ਲਿਖੋ ਤੇ ਉਹ ਕਿੱਥੇ ਰਹਿੰਦੇ ਨੇ। ਇਹਦੇ ਵਿੱਚ ਟੀਚਰ ਤੁਹਾਡੀ ਮਦਦ ਕਰਨਗੇ। ਮੈਂ ਇੱਥੇ ਲਿਸਟ ਬਣਾਈ ਹੈ ਤੁਹਾਡੇ ਲਈ। ਫਰੌਗ ਕਿੱਥੇ ਰਹਿੰਦਾ ਹੈ? ਲੇਕ ਦੇ ਵਿੱਚ। ਫਿਸ਼ ਵੀ ਲੇਕ ਦੇ ਵਿੱਚ। ਕਾਓ ਸ਼ੈਡ ਦੇ ਵਿੱਚ। ਹਾਰਸ ਸਟੇਬਲ ਦੇ ਵਿੱਚ। ਟਾਈਗਰ ਜਾਂ ਲਾਇਨ ਡੈਨ ਦੇ ਵਿੱਚ। ਡਕ ਪੌਂਡ ਦੇ ਵਿੱਚ। ਐਲੀਫੈਂਟ ਫੋਰੈਸਟ ਵਿੱਚ। ਬੀਅਰ ਕੇਵ। ਹੈਨ ਕੂਪ। ਰੈਬਿਟ ਬਰੋ ਦੇ ਵਿੱਚ। ਬੀ ਹਾਈਵ ਦੇ ਵਿੱਚ। ਤੇ ਪਿਗ ਦੇ ਰਹਿਣ ਵਾਲੀ ਥਾਂ ਨੂੰ ਕਹਿੰਦੇ ਆ ਪਿਗ ਸਟਾਈ। ਅੱਗੇ ਚੱਲਦੇ ਹਾਂ ਸੇਫਟੀ ਆਫ ਹੈਬਿਟੈਟ ਆਫ ਐਨੀਮਲਸ, ਯਾਨੀ ਕਿ ਜਾਨਵਰਾਂ ਦੇ ਰਹਿਣ ਦੀ ਜਿਹੜੀ ਥਾਂ ਹੈਗੀ ਹੈ ਉਹ ਸੇਫ ਤੇ ਸੁਰੱਖਿਅਤ ਹੈਗੀ ਹੈ ਜਾਂ ਨਹੀਂ। Just as the humans need safe home to live, similarly animals also need secure habitat for them. ਜਿਸ ਤਰ੍ਹਾਂ ਇਨਸਾਨਾਂ ਨੂੰ ਰਹਿਣ ਦੇ ਲਈ ਸੁਰੱਖਿਅਤ ਘਰ ਦੀ ਲੋੜ ਹੁੰਦੀ ਹੈ, ਉਸੇ ਤਰੀਕੇ ਨਾਲ ਜਾਨਵਰਾਂ ਨੂੰ ਵੀ ਆਪਣੇ ਲਈ ਸੁਰੱਖਿਅਤ ਰਹਿਣ ਦੀ ਥਾਂ ਦੀ ਲੋੜ ਹੁੰਦੀ ਹੈ। Pet animals get safe habitat from their keeper. ਜਿਹੜੇ ਪਾਲਤੂ ਜਾਨਵਰ ਨੇ ਉਹਨਾਂ ਲਈ ਤਾਂ ਸੁਰੱਖਿਅਤ ਘਰ ਹੁੰਦਾ ਹੀ ਹੈ, ਕਿਉਂਕਿ ਜੋ ਉਹਨਾਂ ਨੂੰ ਪਾਲਦਾ ਹੈ ਉਹ ਉਹਨਾਂ ਲਈ ਘਰ ਬਣਾ ਦਿੰਦਾ ਹੈ। Habitat of wild animals is safe naturally. Example, in a dense forest where there is no human interference. ਜਿਹੜੇ ਜੰਗਲੀ ਜਾਨਵਰ ਹੈਗੇ ਨੇ ਉਹ ਆਮ ਤੌਰ ਤੇ ਕੁਦਰਤੀ ਤੌਰ ਤੇ ਸੁਰੱਖਿਅਤ ਥਾਂ ਤੇ ਰਹਿ ਰਹੇ ਨੇ। ਜਿਵੇਂ ਆਪਾਂ ਕਹਿ ਸਕਦੇ ਹਾਂ ਇੱਕ ਘਣੇ ਜੰਗਲ ਦੇ ਵਿੱਚ ਰਹਿ ਰਹੇ ਨੇ ਜਿੱਥੇ ਇਨਸਾਨ ਅਜੇ ਗਏ ਨਹੀਂ ਹੈਗੇ ਨੇ, ਇਨਸਾਨਾਂ ਨੇ ਅਜੇ ਦਖਲ ਨਹੀਂ ਦਿੱਤੀ ਆ। Caves, branches of thick trees, holes of trees, burrows dug in earth, etc. provide safety and support to the birds and animals living there. ਜੇ ਆਪਾਂ ਗੱਲ ਕਰੀਏ
ਵੀ ਜਿਹੜੇ ਕੇਵਸ ਹੋ ਗਏ, ਗੁਫਾਵਾਂ ਹੋ ਗਈਆਂ, ਰੁੱਖਾਂ ਦੀਆਂ ਬ੍ਰਾਂਚेस ਹੋ ਗਈਆਂ ਮੋਟੀਆਂ ਮੋਟੀਆਂ, ਰੁੱਖਾਂ ਦੇ ਵਿੱਚ ਜਿਹੜੇ ਕੈਵਿਟੀ ਹੁੰਦੀ ਹੈ, ਛੇਦ ਹੁੰਦੇ ਹੈ, ਜਾਂ ਫਿਰ ਧਰਤੀ ਦੇ ਹੇਠਾਂ ਜੇ ਆਪਾਂ ਬਰੋ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਇੱਕ ਹੋਲ ਬਣਾ ਦਈਏ ਥਾਂ ਪੁੱਟ ਕੇ, ਇਹ ਸਾਰੀਆਂ ਥਾਵਾਂ ਸੇਫ ਹੁੰਦੀਆਂ ਨੇ ਪੰਛੀਆਂ ਤੇ ਜਾਨਵਰਾਂ ਲਈ, ਸੁਰੱਖਿਅਤ ਹੁੰਦੀਆਂ ਨੇ ਤੇ ਉਹਨਾਂ ਲਈ ਬਹੁਤ ਸਹਾਇਕ ਵੀ ਹੁੰਦੀਆਂ ਨੇ। But due to growing population and human needs, forests are cut at a large scale. ਪਰ ਵਧਦੀ ਆਬਾਦੀ ਤੇ ਮਨੁੱਖਾਂ ਦੀ ਲੋੜ ਕਰਕੇ ਜੰਗਲਾਂ ਦੀ ਜਿਹੜੀ ਵਢਾਈ ਹੋ ਰਹੀ ਹੈ ਉਹ ਬਹੁਤ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ। The habitat of wild animals is being destroyed. ਤੇ ਜੰਗਲੀ ਜਾਨਵਰਾਂ ਦੀ ਜਿਹੜੀ ਰਹਿਣ ਦੀ ਥਾਂ ਹੈਗੀ ਹੈ ਉਹ ਤਬਾਹ ਕੀਤੀ ਜਾ ਰਹੀ ਹੈ। If the cutting of forests continues in the similar manner, ਜੇ ਜੰਗਲਾਂ ਦੀ ਕਟਾਈ ਇਸੇ ਤਰੀਕੇ ਦੇ ਨਾਲ ਜਾਰੀ ਰਹੀ, the wild animals will not be safe. ਫਿਰ ਜੰਗਲੀ ਜਾਨਵਰ ਵੀ ਸੁਰੱਖਿਅਤ ਨਹੀਂ ਰਹਿਣਗੇ। So we should try not to cut the trees and grow more and more new trees. ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਅਸੀਂ ਰੁੱਖਾਂ ਨੂੰ ਨਾ ਕੱਟੀਏ ਤੇ ਉਹਦੀ ਬਜਾਏ ਹੋਰ ਰੁੱਖ ਲਾਈਏ। ਅੱਗੇ ਹੈਗਾ ਸੇਫ ਸੈਂਚੁਰੀਜ਼, ਜਿੱਥੇ ਜਾਨਵਰ ਰਹਿੰਦੇ ਨੇ, ਜੇ ਉਹਨਾਂ ਦੀ ਪੋਪੂਲੇਸ਼ਨ ਘਟਦੀ ਜਾਂਦੀ ਹੈ ਫਿਰ ਉਹਨਾਂ ਨੂੰ ਜ਼ੂ ਦੇ ਵਿੱਚ ਜਾਂ ਫਿਰ ਸੈਂਚੁਰੀਜ਼ ਦੇ ਵਿੱਚ ਰੱਖਿਆ ਜਾਂਦਾ ਹੈ। ਵਾਈਲਡ ਐਨੀਮਲਸ ਮੂਵ ਟੁਵਰਡਸ ਵਿਲੇजेस, ਸਿਟੀਜ਼ ਡਿਊ ਟੂ ਡਿਕਰੀਜ਼ ਇਨ ਫੋਰੈਸਟਸ। ਕਿਉਂਕਿ ਜੰਗਲਾਂ ਵਿੱਚ ਏਰੀਆ ਜਿਹੜਾ ਹੈਗਾ ਉਹ ਥੋੜਾ ਹੁੰਦਾ ਜਾ ਰਿਹਾ ਹੈ, ਘਟਦਾ ਜਾ ਰਿਹਾ ਹੈ, ਕਿਉਂਕਿ ਇਨਸਾਨ ਜੰਗਲ ਕੱਟ ਰਹੇ ਨੇ, ਇਸੇ ਕਰਕੇ ਜਿਹੜੇ ਜੰਗਲੀ ਜਾਨਵਰ ਨੇ ਉਹ ਪਿੰਡਾਂ ਵੱਲ ਨੂੰ, ਸ਼ਹਿਰਾਂ ਵੱਲ ਨੂੰ ਤੁਰੇ ਆ ਰਹੇ ਨੇ। Villages and cities are not their natural habitat. ਤੇ ਪਿੰਡ ਜਾਂ ਸ਼ਹਿਰ ਉਹਨਾਂ ਦੇ ਕੁਦਰਤੀ ਨਿਵਾਸ ਦਾ ਥਾਂ ਹੈ ਹੀ ਨਹੀਂ। So they hide themselves here and there and become man-eater due to non-availability of food. ਤੇ ਇਸੇ ਕਰਕੇ ਉਹ ਆਪਣੇ ਆਪ ਨੂੰ ਇੱਧਰ ਉੱਧਰ ਛੁਪਾਉਂਦੇ ਨੇ ਤੇ ਫਿਰ ਭੋਜਨ ਦੇ ਨਾਂ ਤੇ ਇਨਸਾਨਾਂ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਉਹ ਜੰਗਲਾਂ ਵਿੱਚ ਤਾਂ ਰਹਿੰਦੇ ਹੀ ਨਹੀਂ, ਜੰਗਲ ਤਾਂ ਤਬਾਹ ਹੋ ਗਏ, ਫਿਰ ਬਾਹਰ ਆ ਕੇ ਤਾਂ ਉਹ ਇਨਸਾਨਾਂ ਨੂੰ ਹੀ ਖਾਣਗੇ। Man also kills them to protect himself. ਤੇ ਮਨੁੱਖ ਆਪਣੀ ਰੱਖਿਆ ਲਈ ਵੀ ਉਹਨਾਂ ਨੂੰ ਮਾਰਦਾ ਰਹਿੰਦਾ ਹੈ। So these wild animals cannot find shelter anywhere. ਤੇ ਇਸ ਕਰਕੇ ਜਿਹੜੇ ਇਹ ਜੰਗਲੀ ਜਾਨਵਰ ਹੈਗੇ ਨੇ ਇਹਨਾਂ ਨੂੰ ਕਿਤੇ ਵੀ ਪਨਾਹ ਨਹੀਂ ਮਿਲ ਰਹੀ। Government has kept some regions safe for these wild animals where they get natural environment like forests. ਤੇ ਇਸ ਕਰਕੇ ਜਿਹੜੀ ਸਰਕਾਰ ਹੈਗੀ ਹੈ ਉਹ ਇਹਨਾਂ ਲਈ ਕੁਦਰਤੀ ਤੌਰ ਤੇ ਜਿੱਥੇ ਰਹਿੰਦੇ ਨੇ ਜਾਂ ਉਹ ਜਿਹਾ ਮਾਡਲ ਤਿਆਰ ਕਰਕੇ ਇਹਨਾਂ ਲਈ ਥਾਂ ਰੱਖੀ ਹੋਈ ਹੈ, ਜਿਵੇਂ ਫੋਰੈਸਟ ਵਰਗਾ ਇਲਾਕਾ ਇੱਕ ਛੋਟਾ ਜਿਹਾ ਬਣਾ ਦਿੰਦੇ ਨੇ ਜਿੱਥੇ ਸੁਰੱਖਿਅਤ ਮਹਿਸੂਸ ਕਰਦੇ ਨੇ। These are big forest areas where there is prohibition of human activities. ਇਹ ਜੰਗਲਾਂ ਦਾ ਇੱਕ ਖਾਸ ਏਰੀਆ ਹੁੰਦਾ ਹੈ, ਵੱਡੇ ਜੰਗਲਾਂ ਵਿੱਚ ਇਹ ਏਰੀਆ ਹੁੰਦਾ ਹੈ ਜਿੱਥੇ ਮਨੁੱਖ ਦਾਖਲ ਨਹੀਂ ਹੋ ਸਕਦਾ ਜਾਂ ਮਨੁੱਖ ਕੋਈ ਵੀ ਕੰਮ ਉੱਥੇ ਨਹੀਂ ਕਰ ਸਕਦਾ। These areas are called sanctuaries. ਤੇ ਇਹਨਾਂ ਇਲਾਕਿਆਂ ਨੂੰ sanctuaries ਕਿਹਾ ਜਾਂਦਾ ਹੈ। There are many sanctuaries in our country. ਤੇ ਸਾਡੇ ਦੇਸ਼ ਵਿੱਚ ਬਹੁਤ ਸਾਰੀ sanctuaries ਹੈਗੀਆਂ ਨੇ। Here the animals can move and live naturally. ਤੇ ਇੱਥੇ ਜਾਨਵਰ ਕੁਦਰਤੀ ਤੌਰ ਤੇ ਘੁੰਮ ਸਕਦੇ ਨੇ, ਰਹਿ ਸਕਦੇ ਨੇ। And there is restriction to cut trees and to hunt the animals. ਤੇ ਇੱਥੇ ਰੁੱਖ ਕੱਟਣ ਤੇ ਜਾਨਵਰਾਂ ਦਾ ਸ਼ਿਕਾਰ ਕਰਨ ਤੇ ਪਾਬੰਦੀ ਹੈਗੀ ਹੈ। ਅੱਗੇ things to remember, ਯਾਦ ਰੱਖਣ ਵਾਲੀਆਂ ਗੱਲਾਂ। Earth is the living place for many types of animals. ਧਰਤੀ ਕਈ ਕਿਸਮਾਂ ਦੇ ਜਾਨਵਰਾਂ ਦੀ ਰਹਿਣ ਦੀ ਥਾਂ ਹੈਗੀ ਹੈ। There is a need of habitat for everyone. ਹਰ ਕਿਸੇ ਲਈ ਰਹਿਣ ਦੀ ਥਾਂ ਦੀ ਲੋੜ ਹੁੰਦੀ ਹੈ। Different animals select their habitat according to their own natural adaptation. ਵੱਖ-ਵੱਖ ਜੀਵ ਜੰਤੂ ਆਪਣੇ ਆਪਣੀ ਲੋੜ ਅਨੁਸਾਰ ਆਪਣੇ ਆਪਣੇ ਰਹਿਣ ਦੀ ਥਾਂ ਦੀ ਚੋਣ ਕਰਦੇ ਨੇ ਜਾਂ ਸਿਲੈਕਟ ਕਰਦੇ ਨੇ। Animals living on earth are called terrestrial animals. ਧਰਤੀ ਤੇ ਰਹਿਣ ਵਾਲੇ ਜਾਨਵਰਾਂ ਨੂੰ terrestrial animals ਕਿਹਾ ਜਾਂਦਾ ਹੈ। Animals living in water are called aquatic animals.
ਪਾਣੀ ਵਿੱਚ ਰਹਿਣ ਵਾਲੇ ਜਾਨਵਰਾਂ ਨੂੰ aquatic animals ਕਿਹਾ ਜਾਂਦਾ ਹੈ। The animals living both on land and in water are called amphibians। ਜਿਹੜੇ ਜਾਨਵਰ ਧਰਤੀ ਦੇ ਲੈਂਡ ਤੇ ਜ਼ਮੀਨ ਤੇ ਵੀ ਰਹਿੰਦੇ ਨੇ, ਪਾਣੀ ਵਿੱਚ ਵੀ ਰਹਿੰਦੇ ਨੇ, ਉਹਨਾਂ ਨੂੰ amphibians ਕਿਹਾ ਜਾਂਦਾ ਹੈ। Wild animals either make their own habitat or live in the habitat of others। ਜੰਗਲੀ ਜਾਨਵਰ ਜਾਂ ਤਾਂ ਆਪਣੀ ਥਾਂ ਬਣਾਉਂਦੇ ਨੇ ਰਹਿਣ ਲਈ ਜਾਂ ਦੂਜਿਆਂ ਦੀ ਬਣਾਈ ਹੋਈ ਥਾਂ ਵਿੱਚ ਰਹਿੰਦੇ ਨੇ। Pet animals live in the habitats made by human। ਪਾਲਤੂ ਜਾਨਵਰ ਮਨੁੱਖਾਂ ਦੁਆਰਾ ਬਣਾਏ ਗਈ ਥਾਂ ਵਿੱਚ ਰਹਿੰਦੇ ਨੇ। ਇੱਥੇ ਹੈਗਾ question fill in the blanks, ਖਾਲੀ ਥਾਂ ਭਰਨੀ ਹੈ। Aquatic ਪਾਣੀ ਤੋਂ ਰਿਲੇਟਡ, teeth ਦੰਦ, den ਇੱਕ ਤਰੀਕੇ ਨਾਲ ਗੁਫਾ, cockroach ਤੇ eggs यानी कि अंडे। A part lion lives in a den। ਜਿਹੜਾ ਸ਼ੇਰ ਹੈਗਾ ਉਹ ਗੁਫਾ ਵਿੱਚ ਰਹਿੰਦਾ ਹੈ। Birds do not have teeth। ਪੰਛੀਆਂ ਦੇ ਦੰਦ ਨਹੀਂ ਹੁੰਦੇ। Eggs of birds are safe in nest। ਪੰਛੀਆਂ ਦੇ ਅੰਡੇ ਉਹਨਾਂ ਦੇ ਘੋਂਸਲੇ ਵਿੱਚ ਸੁਰੱਖਿਅਤ ਹੁੰਦੇ ਨੇ। Octopus is an aquatic animal। Octopus ਇੱਕ ਪਾਣੀ ਵਿੱਚ ਰਹਿਣ ਵਾਲਾ ਜੀਵ ਹੈਗਾ। Cockroach lives in a moist या damp and dark place। Cockroach ਜ਼ਿਆਦਾਤਰ ਗੀਲੀ ਤੇ ਹਨੇਰੀ ਥਾਂ ਵਿੱਚ ਰਹਿੰਦੇ ਨੇ। Third question ਹੈਗਾ tick ਜਾਂ cross ਮਾਰਨਾ ਹੈ ਸਹੀ ਜਾਂ ਗਲਤ sentence ਤੇ। ਸ਼ੁਰੂ ਕਰਦੇ ਹਾਂ। Sea horses lives in water। Sea horse ਪਾਣੀ ਵਿੱਚ ਰਹਿੰਦਾ ਹੈ, ਬਿਲਕੁਲ ਠੀਕ, ਨਾਮ ਵੀ ਉਦਾਂ ਦਾ ਹੀ ਹੈਗਾ। Snakes live in a den। ਸੱਪ ਕੇਵ ਦੇ ਵਿੱਚ ਜਾਂ den ਦੇ ਵਿੱਚ ਰਹਿੰਦੇ ਨੇ, ਇਹ ਹੈਗਾ ਗਲਤ। Penguin cannot fly। Penguin ਉੱਡ ਨਹੀਂ ਸਕਦੇ, ਇਹ ਵੀ ਠੀਕ ਹੈ। Tiger is an aquatic animal। Tiger ਜਿਹੜਾ ਹੈਗਾ ਉਹ ਪਾਣੀ ਵਿੱਚ ਰਹਿੰਦਾ ਹੈ, ਇਹ ਗਲਤ ਹੈਗਾ। The nest of weaver bird is like a hanging bottle। weaver bird ਦਾ ਜਿਹੜਾ ਘੋਂਸਲਾ ਹੈਗਾ ਉਹ ਏਦਾਂ ਲੱਗਦਾ ਹੈ ਜਿਵੇਂ ਇੱਕ ਲਟਕੀ ਹੋਈ ਬੋਤਲ ਹੁੰਦੀ ਹੈ, ਇਹ ਵੀ ਠੀਕ ਹੈ। Fourth question ਟਿਕ ਲਾਣਾ ਹੈ ਆਪਾਂ। What do the honey bees make to live in। honey bees यानी कि ਮਧੂਮੱਖੀਆਂ ਕਿੱਥੇ ਰਹਿੰਦੀਆਂ ਨੇ? ਮਧੂਮੱਖੀਆਂ ਰਹਿੰਦੀਆਂ ਨੇ bee hives ਦੇ ਵਿੱਚ। B part where do the elephants live। ਹਾਥੀ ਕਿੱਥੇ ਰਹਿੰਦੇ ਨੇ? ਹਾਥੀ ਰਹਿੰਦੇ ਨੇ under the trees, ਪੇੜਾਂ ਹੇਠ। Which animal out of the following lives in a den। ਇਹਨਾਂ ਵਿੱਚੋਂ ਕਿਹੜਾ ਜਾਨਵਰ ਇੱਕ den ਦੇ ਵਿੱਚ ਰਹਿੰਦਾ ਹੈ? Bear। D part which animal out of the following lives in tree cavities यानी कि ਰੁੱਖਾਂ ਦੇ ਵਿੱਚ ਛੇਦ ਕਰਕੇ ਉੱਥੇ ਰਹਿੰਦੇ ਨੇ, ਉਹ ਹੈਗਾ owl। Which bird out of the following makes nest on trees। ਇਹਨਾਂ ਵਿੱਚੋਂ ਕਿਹੜਾ ਪੰਛੀ ਰੁੱਖਾਂ ਤੇ ਘੋਂਸਲਾ ਬਣਾਉਂਦਾ ਹੈਗਾ? ਉਹ ਹੈਗਾ crow। ਅੱਗੇ ਆਪਾਂ ਮੈਚ ਕਰਨਾ ਹੈ। ਐਨੀਮਲਸ ਦਿੱਤੇ ਹੋਏ ਨੇ ਤੇ ਉਹ ਕਿੱਥੇ ਰਹਿੰਦੇ ਨੇ। ਨੰਬਰ ਦੇ ਦਿੰਦੇ ਆ 1 2 3 4 ਤੇ 5। ਸਭ ਤੋਂ ਪਹਿਲਾਂ ਹਾਰਸ ਉਹ ਰਹਿੰਦਾ ਹੈ ਸਟੇਬਲ ਵਿੱਚ। ਸ਼ੀਪ ਜਾਂ ਗੋਟ ਰਹਿੰਦੀ ਹੈ ਪੈਨ ਦੇ ਵਿੱਚ। ਬਫਲੋ ਜਾਂ ਕਾਓ ਰਹਿੰਦੇ ਹੈ ਸ਼ੈਡ ਦੇ ਵਿੱਚ। ਸਪਾਈਡਰ ਰਹਿੰਦਾ ਹੈ ਵੈਬ ਦੇ ਵਿੱਚ ਤੇ ਵੈਸਪਸ ਰਹਿੰਦੇ ਨੇ ਹਾਈਵ ਵਿੱਚ। ਅੱਗੇ ਚੱਲਦੇ ਹਾਂ 6th question। Write the names of a few wild animals। ਕੁਝ ਜੰਗਲੀ ਜਾਨਵਰਾਂ ਦੇ ਨਾਂ ਲਿਖੋ। ਮੈਂ ਇੱਥੇ ਲਿਖਤੇ ਨੇ ਨਾਂ ਟਾਈਗਰ, ਲਾਇਨ, ਸ਼ੇਰ, ਚੀਤਾ, ਵੁਲਫ, ਡੀਅਰ, ਜਿਰਾਫ, ਜ਼ੈਬਰਾ, ਪਾਂਡਾ, ਬੀਅਰ, elephant, fox, monkey, gorilla, crocodile। 7th question write the names of a few pet animals। कुछ पालतू जानवरां दे नाम लिखो। duck, parrot, rabbit, cat, horse, dog, fish, sheep, goat, turtle, cow ਤੇ donkey। Write the names of a few aquatic animals। ਪਾਣੀ ਵਿੱਚ ਰਹਿਣ ਵਾਲੇ ਜਾਨਵਰਾਂ ਦੇ ਨਾਂ ਲਿਖੋ। whale, dolphin, octopus, seahorse, fish, sea turtle, crab, crocodile, shark, jellyfish, shells, seal। 9th where do the ants and termite live।
ਜਿਹੜੀਆਂ ਕੀੜੀਆਂ ਹੁੰਦੀਆਂ ਨੇ ਤੇ ਨਾਲ ਦੀ ਨਾਲ ਦੀਮਕ ਉਹ ਕਿੱਥੇ ਰਹਿੰਦੇ ਨੇ? Ants and termite live in mounds under the soil. ਉਹ soil ਜਾਂ ਮਿੱਟੀ ਦੇ ਹੇਠਾਂ ਜਾ ਕੇ ਰਹਿੰਦੇ ਨੇ ਆਪਣਾ ਘਰ ਬਣਾ ਕੇ। With which materials spiders make their webs? ਜਿਹੜੀ ਮੱਕੜੀ ਹੁੰਦੀ ਹੈ ਉਹ ਆਪਣਾ ਜਾਲਾ ਕਿਹਦੇ ਨਾਲ ਬੁਣਦੀ ਹੈ? Spider throws a vicious material from its mouth. ਮੱਕੜੀ ਆਪਣੇ ਮੂੰਹ ਦੇ ਵਿੱਚੋਂ ਇੱਕ ਚਿਪਚਿਪਾ ਜਿਹਾ ਪਦਾਰਥ ਸੁੱਟਦੀ ਹੈ। And this material is used to make webs. ਤੇ ਉਹ ਇਸ ਦੇ ਨਾਲ ਆਪਣੇ ਵੈਬ ਜਾਂ ਜਾਲੇ ਬੁਣਦੀ ਹੈ। ਤੇ ਇਹ ਸੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਗਿਆ ਹੋਵੇਗਾ। ਹੁਣ ਆਪਾਂ ਅਗਲੀ ਕਲਾਸ ਦੇ ਵਿੱਚ ਮਿਲਾਂਗੇ। ਤਦ ਤੱਕ ਟੇਕ ਕੇਅਰ। ਬਾਏ ਬਾਏ।